ਪੰਜਾਬ ਹੈਰੀਟੇਜ ਤੇ ਤੁਹਾਡਾ ਸਵਾਗਤ ਹੈ। ਅੱਜ ਸਾਡੇ ਨਾਲ ਡਾਕਟਰ ਸੁਮੇਲ ਸਿੰਘ ਸਿੱਧੂ ਆਏ ਹੋਏ ਹੈ। ਡਾਕਟਰ ਸੁਮੇਲ ਸਿੰਘ ਸਿੱਧੂ ਹੁਣਾਂ ਦਾ ਅਸੀਂ ਸਾਰੇ ਜਾਣਦੇ ਹਾਂ ਕਿ ਪੰਜਾਬ ਦੇ ਸਾਹਿਤਕ, ਰਾਜਨੀਤਿਕ, ਇਤਿਹਾਸਕ ਮੁੱਦਿਆਂ ਤੇ ਲੰਬੇ ਸਮੇਂ ਤੋਂ ਨਿੱਠ ਕੇ ਕੰਮ ਕਰਨ ਦੀ ਪਰੰਪਰਾ ਹੈ ਜਿਹੜੀ ਉਹਦੇ ਨਾਲ ਇਹ ਨੇੜਿਓਂ ਜੁੜੇ ਹੋਏ ਹੈ। ਸਾਹਿਤ ਦੀਆਂ ਉਹ ਅੰਤਰਦ੍ਰਿਸ਼ਟੀਆਂ ਜਿਨ੍ਹਾਂ ਨੂੰ ਬਹੁਤ ਵਾਰੀ ਕਈ ਲੋਕ ਅਣਗੌਲਿਆਂ ਕਰ ਦਿੰਦੇ ਆ, ਉਸ ਦੇ ਉੱਪਰ ਇਹਨਾਂ ਦੀ ਅਹਿਮ ਭੂਮਿਕਾ ਹੈ। ਸਾਹਿਤ ਦਾ ਸਮਾਜ ਨਾਲ ਸੰਬੰਧ ਅਤੇ ਸਮਾਜ ਦੀ ਤੋਰ ਕਿੱਧਰ ਨੂੰ ਜਾ ਰਹੀ ਹੈ, ਇਹਨਾਂ ਸਾਰੇ ਮੁੱਦਿਆਂ ਦੇ ਉੱਪਰ ਇਹਨਾਂ ਦੀ ਪੈਣੀ ਨਜ਼ਰ ਰਹਿੰਦੀ ਹੈ। ਅੱਜ ਇਹਨਾਂ ਦੇ ਅਨੁਭਵ ਵਿੱਚੋਂ, ਇਹਨਾਂ ਦੀ ਸਕਾਲਰਸ਼ਿਪ ਦੇ ਵਿੱਚੋਂ ਪੰਜਾਬ ਦਾ ਜਿਹੜਾ ਸਭ ਤੋਂ ਬੁਨਿਆਦੀ ਤੇ ਭਖਦਾ ਮੁੱਦਾ ਹੈ ਉਹਦੇ ਬਾਰੇ ਆਪਾਂ ਡਾਕਟਰ ਸਾਹਿਬ ਨਾਲ ਗੱਲਬਾਤ ਕਰਾਂਗੇ। ਡਾਕਟਰ ਸਾਹਿਬ, ਪੰਜਾਬ ਅੱਜ ਬੜੀ ਅਜੀਬ ਸਥਿਤੀ ਦੇ ਵਿੱਚ ਫਸਿਆ ਹੋਇਆ ਹੈ। ਜਿਹੜੇ ਵਿਦਿਆਰਥੀ ਸਾਡੇ ਪੜ੍ਹਾਈ ਕਰ ਰਹੇ ਆ, ਉਹਨਾਂ ਵਿਦਿਆਰਥੀ ਨੂੰ ਜਦੋਂ ਪੁੱਛਦੇ ਆ ਕਿ ਤੁਹਾਡਾ ਭਵਿੱਖ ਕੀ ਹੈ ਤਾਂ ਉਹ ਬਹੁਤੀ ਵਾਰੀ ਚੁੱਪ ਕਰ ਜਾਂਦੇ ਆ। ਜਿਹੜੇ ਕਿਸੇ ਕਾਰੋਬਾਰ ਨਾਲ ਜੁੜੇ ਹੋਏ ਵਿਅਕਤੀ ਹੈ, ਜਦੋਂ ਉਹਨਾਂ ਨੂੰ ਪੁੱਛਦੇ ਆ ਕਿ ਤੁਹਾਡੇ ਕਾਰੋਬਾਰ ਦਾ ਭਵਿੱਖ ਕੀ ਹੈ, ਉਹ ਵੀ ਕੋਈ ਸੈਟਿਸਫੈਕਟਰੀ ਜਵਾਬ ਨਹੀਂ ਦਿੰਦੇ। ਜਦੋਂ ਕਿਸਾਨੀ ਵੱਲ ਗੱਲ ਕਰਦੇ ਆ ਤਾਂ ਹਰ ਕਿਸਾਨ ਦਾ ਬੇਟਾ ਇਹ ਅਕਸਰ ਕਹਿੰਦਾ ਸੁਣਿਆ ਜਾਂਦਾ ਹੈ ਕਿ ਖੇਤੀ ਵਿੱਚ ਕੁਛ ਨਹੀਂ ਰਿਹਾ। ਸਾਡਾ ਸਾਹਿਤ ਹੈ ਜਿਹੜਾ ਉਹ ਪਛੜ ਰਿਹਾ, ਜਵਾਨੀ ਬਹੁਤੀ ਕਰਕੇ ਨਸ਼ਿਆਂ ਵੱਲ, ਜਿਹੜੀ ਬਚੀ ਖੁਚੀ ਵਿਦੇਸ਼ਾਂ ਵੱਲ ਜਾ ਰਹੀ ਹੈ। ਤੇ ਜਿਹੜੀ ਸਾਡੀ ਪੰਜ ਦਰਿਆਵਾਂ ਦੀ ਧਰਤੀ ਹੈ, ਜਿਸ ਤੇ ਅਸੀਂ ਮਾਣ ਕਰਦੇ ਸੀ, ਜਿਹਦੇ ਜਲਵਾਯੂ ਨੂੰ, ਜਿਹਦੇ ਸਾਹਿਤ ਨੂੰ, ਪਰੰਪਰਾ ਨੂੰ, ਗੁਰਮਤ ਪਰੰਪਰਾ ਨੂੰ, ਤੇ ਸਾਡੇ ਜੰਗਜੂ ਹੋਣ ਦੀ ਜਿਹੜੀ ਪਰੰਪਰਾ ਸੀ, ਉਹ ਸਾਰੀ ਬਿਖਰਦੀ ਨਜ਼ਰ ਆਉਂਦੀ ਹੈ। ਇਸ ਸਾਰੀ ਨੂੰ, ਬਹੁਤ ਸਾਰੀਆਂ ਚੀਜ਼ਾਂ ਅਸੀਂ ਇਕੱਠੀਆਂ ਕਰ ਲਈਆਂ, ਇਸ ਸਾਰੀ ਨੂੰ ਆਪਾਂ ਕਿਵੇਂ ਸਮਝ ਸਕਦੇ ਹਾਂ ਕਿ ਡਿਪਰੈਸ਼ਨ ਵਰਗੀ ਸਥਿਤੀ ਕਿਉਂ ਬਣੀ ਹੋਈ ਹੈ? ਦੋ ਮੈਨੂੰ ਇਹਦੀਆਂ ਵਜ੍ਹਾ ਲੱਗਦੀਆਂ ਨੇ ਵੱਡੀਆਂ ਕਿ ਪਹਿਲਿਆਂ ਦੌਰਾਂ ਦੇ ਵਿੱਚ ਵੀ ਲੋਕ ਪ੍ਰਵਾਸ ਵੀ ਕਰਦੇ ਰਹੇ ਆ, ਵਾਧੇ ਘਾਟੇ ਵੀ ਜਾਂਦੇ ਰਹੇ ਆ। ਅਸੀਂ 47 ਦਾ ਉਜਾੜਾ ਵੀ ਵੇਖਿਆ, ਪਰ ਉਦੋਂ ਇੱਕ ਗੱਲ ਖੜੀ ਸੀ ਕਿ ਮਿਹਨਤ ਕਰਾਂਗੇ ਤੇ ਪੈਰਾਂ ਸਿਰ ਹੋ ਜਾਵਾਂਗੇ ਜੀ। ਤੇ ਉਹਦੇ ਨਾਲ ਇੱਕ ਹੋਰ ਗੱਲ ਜੁੜੀ ਹੋਈ ਸੀ ਕਿ ਪੰਜਾਬ ਦੇ ਨਾਲ ਜਾਂ ਆਪਣੀ ਧਰਤੀ ਦੇ ਨਾਲ ਜਿਹੜਾ ਮੋਹ ਸੀ ਉਹ ਬਰਕਰਾਰ ਸੀ। ਤੇ ਉਹ ਬੜੀ ਵੱਡੀ ਬਰਕਤ ਹੁੰਦਾ ਹੈ ਕਿ ਤੁਸੀਂ ਆਪਣੀ ਮਿੱਟੀ ਦੇ ਨਾਲ ਵਫਾ ਕਰ ਰਹੇ ਹੋ ਤੇ ਤੁਸੀਂ ਆਪਣੇ ਭਵਿੱਖ ਨੂੰ ਉਹਦੀ ਤਰੱਕੀ ਦੇ ਨਾਲ ਜੋੜ ਕੇ ਵੇਖ ਰਹੇ ਹੋ ਜੀ। ਹੁਣ ਇਹ ਹੋਇਆ ਜੋ ਮੈਂ ਇਹ ਵੇਖ ਰਿਹਾ ਕਿ ਨੌਜਵਾਨਾਂ ਦਾ ਖਾਸ ਤੌਰ ਤੇ ਪੰਜਾਬ ਤੋਂ ਮੋਹ ਭੰਗ ਹੁੰਦਾ ਦਿਸਦਾ ਹੈ। ਉਹਨਾਂ ਨੂੰ ਇਹ ਲੱਗਦਾ ਹੈ ਕਿ ਪੰਜਾਬ ਦੇ ਵਿੱਚ ਸਾਡੇ ਸੁਪਨਿਆਂ ਦੇ ਲਈ ਤੇ ਸਾਡੇ ਭਵਿੱਖ ਦੇ ਲਈ ਹੁਣ ਇੱਥੇ ਕੋਈ ਜਗ੍ਹਾ ਨਹੀਂ ਹੈ। ਪੇਂਡੂ ਇਲਾਕਿਆਂ 'ਚ ਜਾਓ ਤੇ ਉਹਨਾਂ ਨੂੰ ਪਹਿਲਾਂ ਪਰਚੇ ਹੋਣ ਦਾ ਡਰ ਪਿਆ ਰਹਿੰਦਾ ਸੀ। ਮਾਂ-ਬਾਪ ਨੂੰ ਆਪਣੇ ਬੱਚਿਆਂ ਦੇ ਨਸ਼ਿਆਂ ਦੇ ਲੱਤ ਦੇ ਉੱਪਰ ਲੱਗ ਜਾਣ ਦਾ ਡਰ ਲੱਗਿਆ ਰਹਿੰਦਾ ਸੀ ਜੀ। ਤੇ ਜਦੋਂ ਮੈਂ ਖੇਡਾਂ ਵਾਲਿਆਂ ਨੂੰ ਵੀ ਵੇਖਦਾ ਤਾਂ ਹੁਣ ਖੇਡ ਕੋਈ ਇਸ ਦੇ ਲਈ ਨਹੀਂ ਖੇਡੀ ਜਾਂਦੀ ਕਿ ਤੁਹਾਡਾ ਕਿਸੇ ਖੇਡ ਦੇ ਨਾਲ ਤੇ ਉਹਦੇ ਨਾਲ ਜਿਹੜਾ ਚਰਿੱਤਰ ਬਣਦਾ ਹੈ ਤੇ ਜਿਹੜਾ ਤੁਹਾਡਾ ਅਨੁਭਵ ਹੁੰਦਾ ਉਹ ਤੁਹਾਡੀ ਜ਼ਿੰਦਗੀ ਨੂੰ ਹੋਰ ਵਿਸਥਾਰਦਾ ਹੈ, ਉਹਦੇ 'ਚ ਨਵੇਂ ਰੰਗ ਭਰਦਾ ਹੈ। ਇਹਦੇ ਲਈ ਨਹੀਂ, ਬਲਕਿ ਇਹਦੇ ਲਈ ਕਿ ਤੁਸੀਂ ਜਿਹੜੀਆਂ ਭਰਤੀ ਦੀਆਂ ਪ੍ਰੀਖਿਆਵਾਂ ਦੇ ਵਿੱਚ ਸਪੋਰਟਸ ਕੋਟੇ ਦੇ ਵਿੱਚੋਂ ਤੁਹਾਡੀ ਸਿਲੈਕਸ਼ਨ ਹੋ ਜਾਵੇ। ਸੋ ਇਹਦਾ ਮਤਲਬ ਇਹ ਹੈ ਕਿ ਅਸੀਂ ਖੇਡਾਂ ਦੇ ਨਾਲ ਜੁੜੇ ਹੋਏ ਇੱਕ ਇਸ ਮਾਨਵੀ ਪੱਖ ਨੂੰ ਵੀ ਲਾਂਭੇ ਕਰਕੇ ਉਹਨੂੰ ਇੱਕ ਨਿਰੋਲ ਨੌਕਰੀ ਲੈਣ ਦੇ ਲਈ ਇੱਕ ਸੰਦ ਦੇ ਵਜੋਂ, ਇੱਕ ਇਨਸਟਰੂਮੈਂਟ ਦੇ ਵਜੋਂ ਅਸੀਂ ਉਸ ਨੂੰ ਕਰਨ ਲੱਗ ਪਏ। ਮੈਂ ਜਦੋਂ ਨੌਜਵਾਨਾਂ ਦੇ ਨਾਲ ਪਿੰਡਾਂ 'ਚ ਜਾ ਕੇ ਗੱਲ ਕੀਤੀ ਤੇ ਉਹਨਾਂ ਦੀਆਂ ਸ਼ਿਕਾਇਤਾਂ ਬਹੁਤ ਸਨ ਜੀ ਆਪਣੇ ਸਮਾਜ ਨੂੰ ਲੈ ਕੇ। ਉਹ ਮੈਂ ਸੁਣੀਆਂ, ਫਿਰ ਉਹਨਾਂ ਨੂੰ ਮੈਂ ਗੱਲ ਪੁੱਛੀ ਕਿ ਯਾਰ ਜਵਾਨੀ ਇੰਨੀਆਂ ਸ਼ਿਕਾਇਤਾਂ ਲਾਉਂਦੀ ਚੰਗੀ ਨਹੀਂ ਲੱਗਦੀ। ਜਵਾਨੀ ਤੇ ਲੜਦੀ ਹੁੰਦੀ ਹੈ, ਜਵਾਨੀ ਦੇ ਕੋਲ ਤੇ ਜਜ਼ਬਾ ਹੁੰਦਾ ਹੈ। ਇਹਨੇ ਤੇ ਆਈਡੀਅਲਿਜ਼ਮ ਦੇ ਨਾਲ, ਆਪਣੇ ਆਦਰਸ਼ਵਾਦ ਦੇ ਨਾਲ ਇਸ ਨੇ ਕੋਈ ਗੱਲ ਨੂੰ ਸਾਂਭ ਕੇ ਰੱਖਣਾ ਹੁੰਦਾ। ਤੇ ਬਜ਼ੁਰਗਾਂ ਨੇ ਇਹ ਕਹਿਣਾ ਹੁੰਦਾ ਵੀ ਮੁੰਡਿਆਂ 'ਚ ਜੋਸ਼ ਹੈਗਾ, ਇਹ ਥੋੜਾ ਜਿਹਾ ਸੰਭਲ ਕੇ ਤੁਰਨੇ ਉਹਨਾਂ ਦਾ ਕੰਮ ਹੈ। ਮੈਂ ਕਿਹਾ ਕਿ ਹੁਣ ਜਿਹੜਾ ਮੈਨੂੰ ਲੱਗਦਾ ਹੈ ਕਿ ਤੁਸੀਂ ਹੁਣ ਇਹ ਗੱਲ ਦੱਸੋ ਕਿ ਤੁਹਾਡਾ ਜੀ ਲੱਗਦਾ ਪੰਜਾਬ ਦੇ ਵਿੱਚ? ਉਹਨਾਂ ਨੇ ਸੋਚਿਆ ਪ੍ਰੋਫੈਸਰ ਸਾਹਿਬ, ਔਰ ਫਿਰ ਉਹਨਾਂ ਨੇ ਆਖਿਆ ਕਿ ਨਹੀਂ ਲੱਗਦਾ। ਇੱਕ ਖਿੱਤੇ ਦੀ ਜਵਾਨੀ ਦਾ ਆਪਣੀ ਧਰਤੀ ਦੇ ਉੱਪਰੋਂ ਜੀ ਲੱਗਣਾ ਬੰਦ ਹੋ ਗਿਆ ਹੈ। ਜੇ ਤੁਹਾਡਾ ਇੱਥੇ ਜੀ ਨਹੀਂ ਲੱਗਦਾ, ਜੇ ਤੁਸੀਂ ਇੱਥੇ ਦੀ ਮਿੱਟੀ 'ਚੋਂ ਤੁਹਾਨੂੰ ਉਹ ਇੱਕ ਸੁਗੰਧ ਜੀ ਨਹੀਂ ਮਹਿਸੂਸ ਹੁੰਦੀ, ਇੱਥੋਂ ਦੇ ਚੜ੍ਹਦੇ ਸੂਰਜਾਂ ਚੰਦਾਂ ਦੇ ਨਾਲ ਜੇ ਤੁਹਾਡੇ ਅੰਦਰ ਕੋਈ ਹੁਲਾਰਾ ਨਹੀਂ ਮਾਰਦਾ, ਤਾਂ ਮੈਂ ਇਹ ਸਮਝਦਾ ਕਿ ਫਿਰ ਤੁਸੀਂ ਉਸ ਧਰਤੀ ਦੇ ਲਈ ਲੜ ਵੀ ਨਹੀਂ ਸਕਦੇ। ਅਸੀਂ ਕੁਝ ਇਸ ਕਿਸਮ ਦੀ ਨਿਰਾਸ਼ਾ 'ਚੋਂ ਗੁਜ਼ਰ ਰਹੇ ਸਾਂ ਤੇ ਫਿਰ ਅਸੀਂ ਕਿਸਾਨ ਅੰਦੋਲਨ ਦੇ ਵਿੱਚ ਨੌਜਵਾਨਾਂ ਨੂੰ
ਪੇਂਡੂਆਂ ਨੂੰ, ਔਰਤਾਂ ਨੂੰ, ਕਿਸਾਨਾਂ ਦੇ ਨਾਲ ਜੁੜ ਕੇ ਸਾਰੇ ਵਰਗਾਂ ਨੂੰ ਅਸੀਂ ਉੱਥੇ ਇਕੱਤਰ ਹੁੰਦਿਆਂ ਦੇਖਿਆ। ਬੜੀ ਪੀਡੀ ਲੜਾਈ ਲੰਬੇ ਸਮੇਂ ਤੱਕ ਜਿਹੜੀ ਦਿੱਤੀ ਰੱਖੀ, ਉਹਦੇ ਨਾਲ ਪੰਜਾਬ ਦਾ ਹੌਸਲਾ ਵਧਿਆ। ਮੈਂ ਉਹਦੇ ਚੋਂ ਇਹ ਵੀ ਗੱਲ ਸਮਝਦਾ ਸੀ ਕਿ ਘੱਟੋ ਘੱਟ ਇਸ ਨੇ ਪੰਜਾਬ ਨੂੰ ਇਹ ਅਹਿਸਾਸ ਕਰਵਾਇਆ ਕਿ ਲੜਿਆ ਜਾ ਸਕਦਾ। ਇਹਦਾ ਮਤਲਬ ਕਿਤੇ ਨਾ ਕਿਤੇ ਡਾਕਟਰ ਸਾਹਿਬ ਹਲੇ ਪੰਜਾਬ ਦੇ ਵਿੱਚ ਜਿਹੜੀ ਆਮ ਤੌਰ ਤੇ ਵਿਅਕਤੀਗਤ ਤੌਰ ਤੇ ਜਦੋਂ ਲੋਕ ਸੋਚਦੇ ਆ ਉਹਨਾਂ ਨੂੰ ਨਿਰਾਸ਼ਾ ਲੱਗਦੀ ਹੈ, ਜਦੋਂ ਉਹ ਕਲੈਕਟਿਵ ਤੌਰ ਤੇ ਜੇ ਕਿਤੇ ਅੱਗੇ ਤੁਰਨ ਦੀ ਕੋਸ਼ਿਸ਼ ਕਰਨ ਤਾਂ ਉਹ ਪਈ ਹੈ। ਪਰ ਇਤਿਹਾਸ ਦੇ ਵਿੱਚ ਕਿਉਂਕਿ ਤੁਸੀਂ ਰੈਗੂਲਰਲੀ ਹੀਰ ਵਾਰਸ ਨੂੰ ਲੈ ਕੇ ਬਹੁਤ ਨਿੱਠ ਕੇ ਅਧਿਐਨ ਕਰ ਰਹੇ ਹੋ, ਪਿੰਡਾਂ ਦੇ ਵਿੱਚੋਂ ਜਿਹੜੀ ਵਾਰਸ ਦੀ ਹੀਰ ਦੇ ਵਿੱਚ ਵੀ ਜਿਹੜੀ ਚੂਕ ਦੀ ਨਾਲ ਜਾਂ ਤੁਰੇ ਪਾਂਧੀ ਸਵੇਰ ਦਾ ਚਿਤਰਨ ਕਿਤੇ ਕਰਦੇ ਸੀ, ਇਸੇ ਤਰੀਕੇ ਨਾਲ ਤੁਸੀਂ ਖੁਦ ਮਾਲਵੇ ਨਾਲ ਸੰਬੰਧਿਤ ਹੋ। ਬਾਬੂ ਰਾਜਵਲੀ ਦੀ ਕਵਿਤਾ ਆਵੇ ਵਤਨ ਪਿਆਰਾ ਚੇਤੇ ਜਾਂ ਖਿੱਚ ਪਾਉਣ ਮੁਹੱਬਤਾਂ ਜੀ, ਮਤਲਬ ਕਿਤੇ ਨਾ ਕਿਤੇ ਜਿਹੜੀ ਉਹ ਨਿਰਾਸ਼ਾ ਕਿਉਂ ਆਈ ਪਈ ਹੈ? ਜਿਹੜੇ ਬੰਦੇ ਕਮਾਲ ਦੀ ਗੱਲ ਇਹ ਹੈ ਕਿ ਜਦੋਂ ਇੱਥੋਂ ਚਲੇ ਜਾਂਦੇ ਆ ਬਾਹਰ ਜਾ ਕੇ ਫਿਰ ਉਹਨਾਂ ਨੂੰ ਵਤਨ ਪਿਆਰਾ ਚੇਤੇ ਆਉਂਦਾ ਹੈ, ਪਰ ਉਹਨਾਂ ਦੇ ਸੁਪਨਿਆਂ ਦਾ ਵਤਨ ਹੈ ਜਿਹੜਾ ਉਹ ਕਿਉਂ ਖੁਰਦਾ ਜਾ ਰਿਹਾ ਹੈ? ਮੈਂ ਇਹੋ ਹੀ ਸਮਝਦਾ ਕਿ ਇੱਥੇ ਅਸੀਂ ਵੱਡੀ ਮਾਰ ਇਹ ਖਾਧੀ ਹੈ ਕਿ ਇਸ ਪੀੜ੍ਹੀ ਨੂੰ ਅਸੀਂ ਬੇਹਥਿਆਰਾ ਕਰ ਦਿੱਤਾ ਜੀ, ਕਿ ਇਸ ਤੋਂ ਪਹਿਲੀ ਪੀੜ੍ਹੀ ਨੇ ਆਪਣੇ ਹਿੱਸੇ ਆਉਂਦਾ ਕੰਮ ਸ਼ਾਇਦ ਪੂਰੀ ਤਰ੍ਹਾਂ ਦੇ ਨਾਲ ਨਹੀਂ ਕੀਤਾ। ਨੌਜਵਾਨਾਂ ਦੇ ਕੋਲ ਹੁਣ ਪੰਜਾਬ ਦੇ ਬਾਬਤ ਐਸੀਆਂ ਹਾਂਦਰੂ ਮਿਸਾਲਾਂ ਨਹੀਂ ਰਹੀਆਂ ਜਿਨ੍ਹਾਂ ਦਾ ਵਾਸਤਾ ਪਾ ਕੇ ਆਪਾਂ ਉਹਨਾਂ ਨੂੰ ਕੁਝ ਕਹਿ ਸਕੀਏ। ਔਰ ਇਹਦੇ ਅੰਦਰ ਜਿਹੜੀ ਮੈਂ ਦੂਸਰੀ ਗੱਲ ਕਹਿਣੀ ਚਾਹੁੰਦਾ ਸੀ ਕਿ ਜਿਹੜੀਆਂ ਕੁਝ ਰਾਜਨੀਤਿਕ ਸਮਾਜਿਕ ਲਹਿਰਾਂ ਉੱਠੀਆਂ ਤੇ ਉਹ ਵਾਰ-ਵਾਰ ਅਸਫਲ ਹੋਈਆਂ ਜੀ, ਚਾਹੇ ਆਪਾਂ ਨਕਸਲਬਾੜੀ ਮੂਵਮੈਂਟ ਨੂੰ ਲੈ ਲਈਏ 70ਵਿਆਂ ਦੇ ਵਿੱਚ, 80ਵਿਆਂ ਦੇ ਵਿੱਚ ਸਿੱਖ ਖਾੜਕੂ ਲਹਿਰ ਨੂੰ ਲੈ ਲਈਏ, ਹਥਿਆਰਬੰਦ ਸੰਘਰਸ਼ ਨੂੰ, ਫਿਰ ਅਸੀਂ ਛੋਟੀਆਂ-ਛੋਟੀਆਂ ਰਾਜਨੀਤਿਕ ਪਾਰਟੀਆਂ ਦੇ ਜ਼ਰੀਏ ਤੇ ਹੁਣ ਆਮ ਆਦਮੀ ਪਾਰਟੀ ਦੇ ਨਾਲ ਜਿਵੇਂ ਜਨ ਸਮਰਥਨ ਜੁੜਿਆ ਤੇ ਜੋ ਅੱਗੇ ਗੱਲ ਵਧੀ ਵੀ ਤੇ ਵਧੀ ਹੋਈ ਲੱਗ ਵੀ ਨਹੀਂ ਰਹੀ। ਇਸ ਕਿਸਮ ਦੀਆਂ ਜਿਹੜੀਆਂ ਲਗਾਤਾਰ ਮੁਸਲਸਲ ਹਾਰਾਂ ਨੇ ਜੀ, ਇਹ ਕਿਤੇ ਨਾ ਕਿਤੇ ਇੱਕ ਵੱਡੇ ਪੱਧਰ ਦੇ ਉੱਪਰ ਨਿਰਾਸ਼ਾ ਵੀ ਤੇ ਸਭ ਤੋਂ ਜਿਹੜਾ ਔਖਾ ਕੰਮ ਹੈ ਕਿ ਇਹ ਖਲਾ ਪੈਦਾ ਕਰਦੀਆਂ ਹੈ। ਤੀਸਰੀ ਗੱਲ ਇਹ ਪੈਦਾ ਕਰਦੀਆਂ ਕਿ ਇੱਕ ਉਦਾਸੀਨਤਾ ਦੇ ਵੱਲ ਲੈ ਜਾਂਦੀਆਂ ਨੇ। ਲਗਨ ਹੋਵੇ ਤੁਸੀਂ ਲੜ ਸਕਦੇ ਹੋ, ਜੇ ਤੁਸੀਂ ਉਦਾਸੀਨ ਹੋ ਗਏ ਕਿਸੇ ਵਰਤਾਰੇ ਨੂੰ ਲੈ ਕੇ, ਕਿਸੇ ਧਰਤੀ ਨੂੰ ਲੈ ਕੇ, ਕਿਸੇ ਕਰਤੱਵ ਨੂੰ ਲੈ ਕੇ, ਫਿਰ ਤੁਸੀਂ ਉਹਦੇ ਲਈ ਲੜ ਨਹੀਂ ਸਕਦੇ। ਫਿਰ ਤੁਸੀਂ ਕਿਸੇ ਵੀ ਐਸੀ ਥਾਂ ਦੇ ਉੱਪਰ ਜਾ ਕੇ ਜਿੱਥੇ ਕਿ ਤੁਹਾਡੀ ਹਰ ਰੋਜ਼ ਦੀ ਸਲਾਮਤੀ ਤੇ ਇੱਕ ਨੌਕਰੀ ਦਾ ਤੇ ਤੁਹਾਡੇ ਉੱਪਰ ਕੋਈ ਝਗੜਾ ਝੰਜਟ ਨਾ ਪੈ ਜਾਵੇ, ਕੋਈ ਪਰਚਾ ਨਾ ਹੋ ਜਾਵੇ, ਤੁਸੀਂ ਇਸ ਕਿਸਮ ਦੀ ਇੱਕ ਫੰਡਾਮੈਂਟਲ ਸਰਵਾਈਵਲ ਇਸ ਨੂੰ ਕਹਿਣਾ ਚਾਹੀਦਾ ਹੈ ਕਿ ਆਪਣੇ ਬਚਾਅ ਦੇ ਖਾਤਰ ਸਲਾਮਤ ਰਹਿ ਕੇ ਅੱਗੇ ਕੋਈ ਜ਼ਿੰਦਗੀ ਨੂੰ ਤੋਰੀਏ। ਇਹਦਾ ਮਤਲਬ ਇਹ ਹੋਇਆ ਕਿ ਅਸੀਂ ਮਨੁੱਖ ਹੋਣ ਦੇ ਬਹੁਤ ਸਾਰੇ ਜਿਹੜੇ ਸੱਭਿਆਚਾਰਕ ਤੇ ਇਖਲਾਕੀ ਜਿਹੜੇ ਉਸ ਦੇ ਪਸਾਰ ਹੁੰਦੇ ਆ ਉਹਨਾਂ ਨੂੰ ਘਟਾਉਂਦੇ ਹੋਏ ਹੁਣ ਅਸੀਂ ਕਿਸੇ ਐਸੀ ਵੀ ਥਾਂ ਤੇ ਜਾਣ ਨੂੰ ਤਿਆਰ ਹੈ ਜਿੱਥੇ ਕਿ ਸਾਨੂੰ ਸਿਰਫ ਰੋਜ਼ਗਾਰ ਠੀਕ ਠਾਕ ਮਿਲਦਾ ਹੋਵੇ। ਮੈਂ ਇਹ ਸਮਝਦਾ ਇਹਨਾਂ ਗੱਲਾਂ ਨੇ ਲਗਾਤਾਰ ਵਾਪਰ ਕੇ, ਔਰ ਇਹ ਜਿਹੜਾ ਸੰਕਟ ਹੈ ਇਹ ਨੌਜਵਾਨਾਂ ਦਾ ਘੱਟ, ਇਹ ਸੰਕਟ ਅਗਵਾਈ ਦਾ ਜ਼ਿਆਦਾ ਹੈ, ਜਿਨ੍ਹਾਂ ਨੇ ਕਿ ਅਜਿਹੀਆਂ ਮੂਵਮੈਂਟਸ ਦੇ ਵਿੱਚ ਲਗਾਤਾਰ ਹਿੱਸਾ ਲੈਂਦਿਆਂ ਕਰਦਿਆਂ ਹੋਇਆਂ ਵੀ ਕਿਤੇ ਅਗਾਂਹ ਵਾਲੀਆਂ ਜ਼ਿੰਮੇਵਾਰੀਆਂ ਨੂੰ ਦੂਰ ਤੱਕ ਜਾ ਕੇ ਮਹਿਸੂਸ ਨਹੀਂ ਕੀਤਾ ਜਾਂ ਨਹੀਂ ਨਿਭਾਇਆ ਤੇ ਇੱਕ ਐਸਾ ਖਲਾ ਛੱਡਿਆ ਜਿੱਥੇ ਕਿ ਲੱਗਦਾ ਇਹ ਹੈ ਕਿ ਕਿਸੇ ਵੀ ਸਾਂਝੀ ਲੜਾਈ ਦੇ ਵਿੱਚੋਂ ਕੁਝ ਬਹੁਤਾ ਨਿਕਲਣਾ ਨਹੀਂ। ਕਿਸਾਨ ਮੋਰਚੇ ਦੀ ਇੱਕ ਪੋਜ਼ਿਟਿਵ ਮਿਸਾਲ ਹੈ, ਪਰ ਉਹਦੇ ਅੰਦਰ ਵੀ ਆਗੂਆਂ ਦੀ ਜਿਹੜੀ ਨਾ ਇਸ ਮੋਰਚੇ ਦੀ ਊਰਜਾ ਨੂੰ ਪੰਜਾਬ ਦੀ ਪੁਨਰ ਉਸਾਰੀ ਦੇ ਲਈ, ਇਹਦੇ ਜਵਾਨਾਂ ਨੂੰ, ਇਹਦੇ ਪਿੰਡਾਂ ਨੂੰ, ਇਹਦੇ ਇਤਿਹਾਸ ਨੂੰ ਸਮਝਣ ਦੇ ਲਈ ਜਿਹੜੀ ਕੋਈ ਸਾਂਝੀ ਕੰਸਟਰਕਟਿਵ ਵਰਕ ਦੀ ਜਿਹੜੀ ਕੋਈ ਲਹਿਰ ਚੱਲਣੀ ਚਾਹੀਦੀ ਸੀ, ਉਹਦੇ ਵੱਲ ਹਜੇ ਖਿਆਲ ਨਹੀਂ ਕੀਤਾ ਗਿਆ। ਔਰ ਇਸ ਦੇ ਨਾਲ ਦੁਬਾਰਾ ਫਿਰ ਉਹੀ ਹੈ ਕਿ ਜਿਉਂ ਹੀ ਉਹ ਮੂਵਮੈਂਟ ਵਾਪਸ ਆਈ ਹੈ, ਲੋਕ ਵਾਪਸ ਆਪਣੇ ਉਹਨਾਂ ਖੁਰਿਆਂ ਦੇ ਵੱਲ ਫੇਰ ਚਲੇ ਗਏ। ਉਹ ਇਹ ਹੁਣ ਦੁਬਾਰਾ ਕਿਵੇਂ ਇਕੱਠੇ ਹੋਣਗੇ, ਕੀ ਬਣੇਗਾ, ਕੀ ਸੰਕਟ ਹੁਣ ਇਹ ਉਸੇ ਕਿਸਮ ਦੀ ਲਹਿਰ ਖੜੀ ਹੋਏਗੀ ਕਿ ਕੀ ਹੋਏਗਾ? ਮੈਂ ਇਹ ਸਮਝਦਾ ਕਿ ਲੋਕ ਵਾਰ-ਵਾਰ ਹਿੰਮਤ ਕਰਦੇ ਆ ਪੰਜਾਬ ਦੇ ਵਿੱਚ ਜੀ, ਅਗਵਾਈ ਉਹਨਾਂ ਦੇ ਕੋਲ ਨਹੀਂ ਹੈ ਤੇ ਤੱਤ ਫੱਟ ਰਿਜ਼ਲਟ ਲੈ ਲੈਣ ਦੀ ਜਿਹੜੀ ਮਾਨਸਿਕਤਾ ਨੇ ਵੀ ਸਾਨੂੰ ਵਾਰ-ਵਾਰ ਨਿਰਾਸ਼ ਕੀਤਾ ਤੇ ਲੰਬੇ ਦਾ ਤਿਆਰੀ ਦੇ ਨਾਲ ਪੰਜਾਬ ਦੀ ਤਾਸੀਰ, ਇਹਦੇ ਇਤਿਹਾਸ, ਇਹਦੇ ਲੋਕਾਂ ਦੇ ਮਸਲਿਆਂ ਨੂੰ
ਡੂੰਘਾਈ ਦੇ ਨਾਲ ਸਮਝਣਾ ਹੀ ਨਹੀਂ, ਉਹਨਾਂ ਦੇ ਆਪਸ ਦੇ ਵਿੱਚ ਜੋੜਾਂ ਨੂੰ ਤਲਾਸ਼ ਕਰਨਾ, ਉਹਨਾਂ ਨੂੰ ਸੰਜੋਗਣਾ। ਤੇ ਇਹਦੇ ਵਿੱਚ ਡਾਕਟਰ ਸਾਹਿਬ ਇੱਕ ਨੁਕਸਾਨ ਜਿਹੜਾ ਮੈਨੂੰ ਲੱਗਦਾ ਕਿ ਵੱਡੇ ਪੱਧਰ ਦੇ ਉੱਪਰ ਹੋਇਆ, ਉਹ ਅਕਾਦਮਿਕ ਹਲਕਿਆਂ ਤੋਂ ਲੈ ਕੇ ਤੇ ਹੇਠਲੇ ਪੱਧਰ ਤੱਕ ਉਹ ਜਿਵੇਂ ਚਲਿਆ ਗਿਆ ਹੈ ਕਿ ਪੰਜਾਬ ਇਸ ਸਮੇਂ ਸਾਂਝੀਵਾਲਤਾ ਦੀ ਰਾਜਨੀਤੀ ਨਹੀਂ ਕਰ ਸਕ ਰਿਹਾ, ਇਹਦੇ ਕੋਲੋਂ ਨਹੀਂ ਗੱਲ ਰਹਿ ਗਈ। ਇਹ ਹੁਣ ਪਛਾਣਾਂ ਦੀ ਰਾਜਨੀਤੀ ਤੱਕ ਇਹਨੇ ਆਪਣੇ ਰਾਜਨੀਤਿਕ ਗੱਲਬਾਤ ਨੂੰ ਸੰਗੋੜ ਲਿਆ, ਜਿੱਥੇ ਕਿ ਤੁਸੀਂ ਬਾਕੀਆਂ ਦੇ ਵਿਰੋਧ ਦੇ ਵਿੱਚ ਹੀ ਆਪਣੇ ਆਪ ਨੂੰ ਪਰਿਭਾਸ਼ਿਤ ਕਰਦੇ ਹੋ। ਇਹਦੇ ਨਾਲ ਅਸੀਂ ਇੱਕ ਦੂਜੇ ਦੇ ਨਾਲ ਹੁਣ ਜੁੜਨ ਵਾਲੀ ਜਿਹੜੀ ਇੱਕ ਸਹਿਜ ਸਾਡੇ ਕੋਲ ਜਿਹੜੀ ਇੱਕ ਵਿਦਿਆ ਹਾਸਲ ਸੀ, ਅਸੀਂ ਉਹ ਗਵਾ ਚੁੱਕੇ ਹਾਂ ਵੱਡੀ ਹੱਦ ਤੱਕ। ਉਹਨੂੰ ਦੁਬਾਰਾ ਤੋਂ ਸਮਝਣ ਵਿਚਾਰਨ ਦੀ ਲੋੜ ਹੈ ਕਿ ਇਹ ਕੰਮ ਗੁਰੂ ਨਾਨਕ ਨੇ ਕਿਵੇਂ ਕਰਕੇ ਦਿਖਾਇਆ, ਇਹ ਕੰਮ ਬੰਦਾ ਬਹਾਦਰ ਦੀ ਫੌਜ ਦੇ ਵਿੱਚ ਕਿਵੇਂ ਹੋਇਆ ਦਿਸਦਾ ਹੈ, ਇਹ ਕੰਮ ਸਭਰਾਉਂ ਦੀ ਜੰਗ ਵੇਲੇ ਕਿਵੇਂ ਕੀਤਾ ਗਿਆ, ਇਹ ਕੰਮ ਗਦਰੀਆਂ ਨੇ ਕਿਵੇਂ ਕਰਕੇ ਦਿਖਾਇਆ, ਭਗਤ ਸਿੰਘ ਇਹਦੇ ਲਈ ਕਿਵੇਂ ਸੋਚਦਾ ਸੀ। ਅਸੀਂ ਦੁਬਾਰਾ ਤੋਂ ਕਿਸੇ ਨਾ ਕਿਸੇ ਤਰ੍ਹਾਂ ਦੇ ਨਾਲ ਆਪਸੀ ਸਾਂਝੀਆਂ ਇਹਨਾਂ ਜੁਗਤਾਂ ਦਾ, ਇਹਨਾਂ ਅਟਕਲਾਂ ਨੂੰ ਜੋੜੀਏ, ਪੰਜਾਬ ਨੂੰ ਦੁਬਾਰਾ ਤੋਂ ਵੇਖਣਾ ਸਿੱਖੀਏ। ਡਾਕਟਰ ਸਾਹਿਬ ਬੜੀ ਇੰਪੋਰਟੈਂਟ ਗੱਲ ਕਰੀ ਹੈ ਕਿ ਪੰਜਾਬ ਨੂੰ ਦੁਬਾਰਾ ਤੋਂ ਦੇਖੀਏ, ਪਰ ਜਦੋਂ ਅਸੀਂ ਕਿਸੇ ਚੀਜ਼ ਨੂੰ ਦੇਖਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਉਹਦੇ ਲਈ ਸਾਡੇ ਮਨ ਦੇ ਵਿੱਚ ਇੱਕ ਮਾਡਲ ਹੁੰਦਾ ਹੈ। ਸਾਡੇ ਭਵਿੱਖ ਦੇ ਪੰਜਾਬ ਦਾ ਕੀ ਮਾਡਲ ਹੋਵੇ, ਕਿਉਂਕਿ ਮੈਨੂੰ ਕਦੇ-ਕਦੇ ਲੱਗਦਾ ਹੈ ਕਿ ਪੰਜਾਬ ਜਿਹੜਾ ਹਮੇਸ਼ਾ ਤੋਂ ਸਾਰੀਆਂ ਮੂਵਮੈਂਟਸ ਦੇ ਵਿੱਚ, ਭਾਵੇਂ ਉਹ ਦੇਸ਼ ਦੀ ਆਜ਼ਾਦੀ ਦੀ ਹੋਵੇ, ਭਾਵੇਂ ਮੁਗਲਾਂ ਨਾਲ ਲੜਾਈ ਦੀ ਹੋਵੇ, ਭਾਵੇਂ ਆਈਡੀਓਲੋਜੀਕਲੀ ਦੱਖਣ ਭਾਰਤ ਦੇ ਵਿੱਚ ਉੱਠੀ ਹੋਈ ਭਗਤ ਲਹਿਰ ਜਦੋਂ ਸਾਡੇ ਕੋਲੇ ਆਉਂਦੀ ਹੈ, ਅਸੀਂ ਉਸ ਨੂੰ ਠੋਸ ਧਰਾਤਲ ਪ੍ਰੋਵਾਈਡ ਕਰਦੇ ਹਾਂ। ਸੂਫੀ ਕਿਤੋਂ ਦੇ ਚੱਲੇ ਹੋਏ ਸਾਡੇ ਕੋਲੇ ਆਉਂਦੇ ਆ, ਅਸੀਂ ਸੂਫੀਆਂ ਨੂੰ ਸਾਡੇ ਪਵਿੱਤਰ ਗ੍ਰੰਥ ਦੇ ਵਿੱਚ ਜਗ੍ਹਾ ਦਿੰਦੇ ਹਾਂ। ਅਸੀਂ ਸਾਡੀ ਹਜ਼ਾਰਾਂ ਸਾਲਾਂ ਦੀ ਜਿਹੜੀ ਪਰੰਪਰਾ ਸੀ, ਜਿਹਦੇ ਵਿੱਚ ਦੇਸ਼ ਨੂੰ ਫਿਰਕਿਆਂ ਦੇ ਵਿੱਚ ਵੰਡਿਆ ਸੀ, ਛੂਤ ਛਾਤ ਦੇ ਵਿੱਚ ਵੰਡਿਆ ਸੀ, ਉਸ ਤੇ ਵੱਡੀ ਗੁਰਮਤ ਦੇ ਹਿਸਾਬ ਨਾਲ ਸੱਟ ਮਾਰਨ ਦੀ ਕੋਸ਼ਿਸ਼ ਕੀਤੀ। ਉਹਨਾਂ ਸਾਰੀਆਂ ਲੜਾਈਆਂ ਦੇ ਵਿੱਚ, ਸਾਰੇ ਸੰਘਰਸ਼ਾਂ ਦੇ ਵਿੱਚ ਇੱਕ ਮਾਡਲ ਸੀ, ਇੱਕ ਉਦੇਸ਼ ਸੀ। ਅੱਜ ਉਹ ਆਈਡੀਓਲੋਜੀ, ਉਹ ਮਾਡਲ, ਉਹ ਉਦੇਸ਼ ਗੈਰ ਹਾਜ਼ਰ ਹੈ, ਜਿਹਦੀ ਪ੍ਰਾਪਤੀ ਲਈ ਜਵਾਨ ਲਾਮਬੰਦ ਹੋ ਸਕਣ। ਕੀ ਕੋਈ ਪੰਜਾਬ ਕਿਹੋ ਜਿਹਾ ਹੋਵੇ, ਇਹਦਾ ਮਾਡਲ ਉਸਰਨ ਦੀ, ਉਸਾਰੇ ਜਾਣ ਦੀ ਸੰਭਾਵਨਾ ਬਣਦੀ ਹੈ, ਤੇ ਉਹ ਕਿਵੇਂ ਉਸਰ ਸਕਦਾ ਹੈ? ਮੈਨੂੰ ਇਹ ਲੱਗਦਾ ਸੀ ਕਿ ਜਿਹੜੀ ਕਿਸਾਨ ਮੂਵਮੈਂਟ ਹੋਈ ਹੈ, ਉਹਦੇ ਵਿੱਚ ਪਿੰਡਾਂ ਦੇ ਆਪਸੀ ਝਗੜੇ ਘਟੇ। ਬਿਲਕੁਲ ਠੀਕ ਹੈ। ਉਹਦੇ ਵਿੱਚ ਮਜ਼ਦੂਰਾਂ ਤੇ ਕਿਸਾਨਾਂ ਦੀ ਸਾਂਝ ਪਈ, ਦਲਿਤਾਂ ਤੇ ਜੱਟਾਂ ਨੇ ਇੱਕ ਦੂਜੇ ਨੂੰ ਸਮਝਿਆ, ਔਰਤ ਤੇ ਮਰਦ ਦਾ ਪਾੜਾ ਵੀ ਘਟਿਆ ਇੱਕ ਦੂਜੇ ਨੂੰ, ਉਹਨਾਂ ਨੇ ਨੇੜਿਓਂ ਸਹਿਯੋਗੀ ਇੱਕ ਤਰੀਕੇ ਦੇ ਨਾਲ ਉਹ ਇਹਦੇ ਵਿੱਚ ਵਿਚਰੇ। ਔਰਤਾਂ ਵੱਡੀ ਪੱਧਰ ਦੇ ਉੱਤੇ ਘਰਾਂ ਤੋਂ ਬਾਹਰ, ਆਪਣੀਆਂ ਵਲਗਣਾਂ ਤੋਂ ਬਾਹਰ ਆ ਕੇ ਉਹਨਾਂ ਨੇ ਆਪਣੇ ਆਪ ਨੂੰ ਇਤਿਹਾਸ ਤੇ ਰਾਜਨੀਤੀ ਦੇ ਵਿੱਚ ਲਾਮਬੰਦੀ ਦੇ। ਡਾਕਟਰ ਸੁਮੇਲ, ਜਿਸ ਤਰੀਕੇ ਨਾਲ ਤੁਸੀਂ ਦੱਸਿਆ ਕਿ ਪੰਜਾਬ ਨੂੰ ਇਸ ਤਰੀਕੇ ਨਾਲ ਸਮਝਿਆ ਜਾ ਸਕਦਾ ਹੈ, ਅਖੀਰ ਦੇ ਵਿੱਚ ਤੁਸੀਂ ਜੇ ਸਮ ਅਪ ਕਰਨਾ ਹੋਵੇ ਸਾਰੀ ਗੱਲ ਨੂੰ, ਤਾਂ ਪੰਜਾਬ ਨੂੰ ਕੀ ਸੰਦੇਸ਼ ਦੇਣਾ ਚਾਹੋਗੇ? ਇੱਕ ਤੇ ਇਹ ਹੈ ਕਿ ਜਿਹੜੀ ਇਹ ਸਾਡੇ ਤੇ ਹੁਣ ਜਿਹੜੀ ਵੰਗਾਰ ਦਿਸ ਰਹੀ ਹੈ, ਉਹਦੇ ਵਿੱਚ ਸਭ ਤੋਂ ਜ਼ਰੂਰੀ ਤੇ ਇਹ ਹੈ ਕਿ ਕੀ ਅਸੀਂ ਇਸ ਧਰਤੀ ਦੇ ਨਾਲ ਆਪਣੇ ਰਿਸ਼ਤੇ ਨੂੰ ਖਤਮ ਹੋ ਜਾਣ ਦੇਣਾ, ਕਿਉਂਕਿ ਇਹ ਵੀ ਗੱਲ ਤੈਅ ਹੈ ਕਿ ਜਿਹੜੇ ਇਹਦੇ ਤੋਂ ਬੇਗਾਨੇ ਹੋ ਰਹੇ ਨੇ, ਇਹਦੇ ਤੋਂ ਦੂਰ ਜਾ ਰਹੇ ਨੇ, ਕਿਤੇ ਨਾ ਕਿਤੇ ਇਹ ਧਰਤੀ ਉਹਨਾਂ ਦੇ ਸੁਪਨਿਆਂ, ਉਹਨਾਂ ਦੇ ਭਵਿੱਖ ਦੀ ਹੁਣ ਸਲਾਮਤੀ ਦੇ ਲਈ ਇਹ ਧਰਤੀ ਉਹਨਾਂ ਨੂੰ ਹੁੰਗਾਰਾ ਨਹੀਂ ਪਾ ਰਹੀ। ਇਹਦਾ ਮਤਲਬ ਇਹ ਹੈ ਕਿ ਜਿਹੜਾ ਪੁਰਾਣੀ ਕਿਸਮ ਦਾ ਸਾਡਾ ਰਿਸ਼ਤਾ ਪੰਜਾਬ ਦੇ ਨਾਲ ਬਣਿਆ ਹੋਇਆ ਸੀ, ਉਹ ਆਪਣੀ ਔਧ ਪੁਗਾ ਗਿਆ। ਉਹਦੀ ਔਧ ਪੁੱਗਣ ਦੇ ਜਿਹੜੇ ਰਾਜਨੀਤਿਕ ਤੇ ਸਮਾਜੀ ਕਾਰਨ ਨੇ, ਉਹਨਾਂ ਕਰਕੇ ਨਵੀਂ ਪੀੜ੍ਹੀ ਇਹਦੇ ਤੋਂ ਦੂਰ ਹੋ ਰਹੀ ਹੈ। ਤੇ ਜੇ ਇਹ ਰਵੱਈਆ ਇਉਂ ਹੀ ਜਾਰੀ ਰਿਹਾ ਤਾਂ ਫਿਰ ਸਾਡੇ ਕੋਲ ਇਸ ਨੂੰ ਗਵਾ ਲੈਣ ਤੋਂ ਬਿਨਾਂ ਹੋਰ ਕੋਈ ਰਾਹ ਮੈਨੂੰ ਦਿਸਦਾ ਨਹੀਂ। ਇੱਕ ਰਾਹ ਇਹ ਹੋ ਸਕਦਾ ਕਿ ਅਸੀਂ ਪੰਜਾਬ ਨੂੰ ਪਿਆਰ ਕਰਨ ਦੇ ਨਵੇਂ ਦੌਰ ਦੇ ਵਿੱਚ ਸਹੀ ਕਾਰਨਾਂ ਦੀ ਤਲਾਸ਼ ਕਰੀਏ। ਕਿਹੜੀਆਂ ਚੀਜ਼ਾਂ ਕਰਕੇ ਇਹ ਧਰਤੀ ਸਾਡੇ ਨਾਲ ਗੱਲ ਕਰਦੀ ਹੈ ਤੇ ਸਾਡੀ ਇਹਦੇ ਨਾਲ ਲਗਨ ਤੇ ਲਗਾਅ ਦਾ ਹੋਣਾ ਲਾਜ਼ਮੀ ਹੈ। ਇਹ ਇੱਕ ਵੱਡਾ ਨੈਤਿਕ ਸਵਾਲ ਵੀ ਹੈ, ਇਕੱਲਾ ਆਰਥਿਕ ਸਵਾਲ ਨਹੀਂ ਹੈ, ਕਿਉਂਕਿ ਜੇ ਅਸੀਂ ਇਸ ਧਰਤੀ ਦੇ ਨਾਲ ਪਿਆਰ ਕਰਾਂਗੇ ਔਰ ਸਹੀ ਕਾਰਨਾਂ ਕਰਕੇ ਪਿਆਰ ਕਰਾਂਗੇ ਤਾਂ ਅਸੀਂ ਇਹਦੇ ਲਈ ਲੜ ਵੀ ਸਕਾਂਗੇ। ਇਹ ਵੇਲਾ ਹਰ ਸਮਾਜ ਦੇ ਅੱਗੇ ਇਹ ਕੋਈ ਘੜੀ ਆਉਂਦੀ ਹੈ ਜਿੱਥੇ ਕਿ ਉਹ ਆਪਣੇ ਹੋਏ ਬੀਤੇ ਨੂੰ ਮੁੜ ਤੋਂ ਠੰਡੇ ਮਤੇ ਦੇ ਨਾਲ ਵਿਚਾਰਦਾ ਤੇ ਅਗਾਂਹ ਦੇ ਲਈ ਕੋਈ ਸਬੀਲ ਕਰਦਾ ਹੈ। ਇੱਥੇ ਲੋਕ ਸੱਜਣਾਈ ਵਾਲੇ
ਦਾਨਿਸ਼ਵਰਾਂ ਦੀ, ਬੁੱਧੀਜੀਵੀਆਂ ਦੀ ਲੋੜ ਹੈ, ਜਿਹੜੇ ਕਿ ਇੱਕ ਤੇਜ਼ੀ ਦੇ ਨਾਲ ਬਦਲ ਰਹੇ ਤੇ ਬਦਲ ਚੁੱਕੇ ਸਮਾਜ ਦੇ ਅੰਤਰ ਵਿਰੋਧਾਂ ਨੂੰ, ਉਹਦੇ ਅੰਦਰਲੀਆਂ ਵਿਸੰਗਤੀਆਂ ਨੂੰ, ਉਹਦੇ ਅੰਦਰਲੀ ਊਰਜਾ ਦੇ ਕਿਸੇ ਤਾਲਮੇਲ ਨੂੰ ਸਮਝਣ, ਉਹਦੀਆਂ ਪਰਤਾਂ ਦੇ ਵੱਲ ਖਿਆਲ ਕਰਨ। ਇਹ ਇੱਕ ਵਿਚਾਰਕਾਂ ਦਾ ਕੰਮ ਹੈ, ਇਹ ਸਮਾਜਿਕ ਰਾਜਨੀਤਿਕ ਕਾਰਕੁਨਾਂ ਦਾ ਕੰਮ ਹੈ, ਔਰ ਉਹਨਾਂ ਦੇ ਅੰਦਰ ਇੱਕ ਆਪਸੀ ਸੰਵਾਦ ਦੀ ਲੋੜ ਹੈ। ਔਰ ਇੱਥੇ ਮੈਂ ਸਮਝਦਾ ਕਿ ਪੰਜਾਬ ਦੀ ਜਿਹੜੀ ਅਕਾਦਮਿਕਤਾ ਹੈ ਉਸ ਨੂੰ ਵੀ ਆਪਣੇ ਆਪ ਨੂੰ ਦੁਬਾਰਾ ਵੇਖਣਾ ਚਾਹੀਦਾ ਹੈ ਕਿ ਅਸੀਂ ਸਮਾਜ ਦੀਆਂ ਕਿਹੜਿਆਂ ਸਵਾਲਾਂ ਦਾ ਜਵਾਬ, ਕਿਉਂਕਿ ਸਾਡੇ ਕੋਲ ਵਿਦਿਆਰਥੀ ਪੜ੍ਹਨ ਆਉਂਦੇ ਨੇ, ਕਿਤੇ ਨਾ ਕਿਤੇ ਅਸੀਂ ਆਪਣੀ ਪੜ੍ਹਾਈ ਉਹਨਾਂ ਦੇ ਸਕੂਲ ਕਾਲਜ ਦੇ ਦੌਰਾਨ ਜਿਹੜਾ ਸਮਾਂ ਉਹ ਇੱਥੇ ਗੁਜ਼ਾਰਦੇ ਹੈ, ਕੀ ਉਹ ਇੰਨੇ ਇੱਥੋਂ ਪ੍ਰੇਰਿਤ ਹੋ ਕੇ ਜਾਂਦੇ ਆ ਕਿ ਉਹ ਪੰਜਾਬ ਦੇ ਨਾਲ ਜੁੜਨਾ ਚਾਹਣ, ਕਿ ਜਾਂ ਉਹ ਸਿਰਫ ਰੋਜ਼ਗਾਰ ਦੇ ਲਈ, ਜਿੱਥੇ ਰੋਜ਼ਗਾਰ ਦੇ ਲਈ ਜਾਵੇ, ਜਿਵੇਂ ਕਿਰਤ ਆਜ਼ਾਦ ਹੈ ਕਿਤੇ ਵੀ ਜਾਣ ਦੇ ਲਈ, ਆਜ਼ਾਦ ਤੇ ਨਹੀਂ ਪਰ ਉਹ ਕਿਤੇ ਵੀ ਜਾ ਸਕਦੀ ਹੈ, ਫਿਰ ਉਹਦੀ ਧਰਤੀ ਉਹ ਹੀ ਹੈ ਜਿੱਥੇ ਉਹਨੂੰ ਚੰਗਾ ਰੋਜ਼ਗਾਰ ਤੇ ਉਹਦੀ ਜ਼ਿੰਦਗੀ ਦੀ ਸਲਾਮਤੀ ਮਿਲੇਗੀ। ਉਹਦੇ ਵਿੱਚ ਫਿਰ ਪੰਜਾਬ, ਜੇ ਇਸ ਖਿੱਤੇ ਨੇ ਜਿਉਂਦੇ ਰਹਿਣਾ ਹੈ ਤਾਂ ਇਹ ਆਪਣੇ ਲੋਕਾਂ ਦੇ ਨਾਲ ਜੁੜਾਅ ਤੋਂ ਬਿਨਾਂ ਵੀ ਇਹ ਨਹੀਂ ਜਿਉਂਦਾ ਰਹਿ ਸਕਦਾ। ਸੋ ਲੋਕਾਂ ਤੇ ਪੰਜਾਬ ਦੇ ਇਤਿਹਾਸ ਦੇ ਵਿਚਕਾਰ ਇੱਕ ਨਵੇਂ ਰਿਸ਼ਤੇ ਦੇ ਬਣਨ ਦਾ ਇਹ ਵੇਲਾ ਹੈ, ਜਿਹੜਾ ਕਿ ਨਵੇਂ ਅੰਦੋਲਨਾਂ ਦੇ ਲਈ ਵੀ ਜ਼ਮੀਨ ਤਿਆਰ ਕਰਦਾ ਹੈ ਤੇ ਨਵੇਂ ਅੰਦੋਲਨਾਂ ਦੇ ਵਿੱਚੋਂ ਇਹ ਸਵਾਲ ਵੀ ਉੱਪਰ ਕੇ ਆਉਂਦੇ ਨੇ। ਮੈਂ ਇਹ ਸਮਝਦਾ ਕਿ ਅਸੀਂ ਤੱਕ-ਫੱਟ ਕਿਸਮ ਦੀ ਜਿਹੜੀ ਲਾਮਬੰਦੀ ਹੈ ਤਤਕਾਲੀ ਡਿਮਾਂਡਸ ਦੇ ਉੱਪਰ ਸਫਲਤਾ ਦੇ ਨਾਲ ਉਹ ਕਰ ਲੈਂਦੇ ਆ, ਪਰ ਉਸ ਤੋਂ ਜਿਹੜੇ ਅਗਾਂਹ ਦੇ ਚਰਨ ਹੁੰਦੇ ਨੇ, ਸਟੈਪਸ ਹੁੰਦੇ ਨੇ ਜਾਣ ਦੇ, ਸੱਭਿਆਚਾਰਕ, ਰਾਜਨੀਤਿਕ, ਵਿਚਾਰਧਾਰਕ ਸਵਾਲਾਂ ਦੇ ਵੱਲ ਜਾਣ ਦੇ, ਢੁਕਵੇਂ ਮਾਡਲ ਖੜੇ ਕਰ ਸਕਣ ਦੇ, ਲੋਕਾਂ ਦੀ ਹਿੱਸੇਦਾਰੀ ਨੂੰ ਅਗਾਂਹ ਤੋਰ ਸਕਣ ਦੇ, ਅਸੀਂ ਉਹਨਾਂ ਦੇ ਵੱਲ ਬਣਦਾ ਧਿਆਨ ਨਹੀਂ ਦਿੱਤਾ। ਇਹ ਜ਼ਿੰਮੇਵਾਰੀ ਰਾਜਨੀਤਿਕ ਅੰਦੋਲਨਾਂ ਦੀ ਵੀ ਹੈ, ਸਮਾਜਿਕ ਕਾਰਕੁਨਾਂ ਦੀ ਤੇ ਬੁੱਧੀਜੀਵੀਆਂ ਦੀ ਸਾਂਝੀ ਜ਼ਿੰਮੇਵਾਰੀ ਬਣਦੀ ਹੈ। ਇਹਨਾਂ ਦੇ ਵੱਲ ਜੇ ਗੌਰ ਕਰੀਏ ਤੇ ਇਹਨਾਂ ਦੇ ਆਪਸੀ ਰਿਸ਼ਤੇ ਨੂੰ ਦੌਲੀਏ ਤਾਂ ਅਸੀਂ ਜ਼ਰੂਰ ਇਸ ਉਲਝਣ ਚੋਂ ਬਾਹਰ ਆ ਸਕਾਂਗੇ। ਮੇਰਾ ਇਸ ਦੇ ਵਿੱਚ ਦ੍ਰਿੜ ਵਿਸ਼ਵਾਸ ਹੈ। ਦੋਸਤੋ, ਤੁਸੀਂ ਸਾਰਿਆਂ ਨੇ ਡਾਕਟਰ ਸੁਮੇਲ ਸਿੰਘ ਸਿੱਧੂ ਉਹਨਾਂ ਦੇ ਵਿਚਾਰ ਇਤਿਹਾਸਕ ਪਰਸਪੈਕਟਿਵ ਨੂੰ ਸਾਹਮਣੇ ਰੱਖ ਕੇ ਜਿਹੜੇ ਉਹਨਾਂ ਨੇ ਵਿਖਿਆਨ ਕੀਤੇ ਆ ਉਹਨਾਂ ਨੂੰ ਸੁਣਿਆ। ਤੁਸੀਂ ਸਾਰੇ ਜਾਣਦੇ ਹੋ ਕਿ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਜਿਹੜੀ ਅਸੀਂ ਵਿਚਾਰਧਾਰਕ ਜੰਗ ਸ਼ੁਰੂ ਕੀਤੀ ਸੀ, ਗੁਰੂ ਗੋਬਿੰਦ ਸਿੰਘ ਆਉਂਦੇ ਆਉਂਦੇ ਉਹ ਅਸੀਂ ਤਲਵਾਰ ਦੇ ਰੂਪ ਦੇ ਵਿੱਚ ਉਸ ਨੂੰ ਅੱਗੇ ਵਧਾਇਆ, ਸ਼ਕਤੀ ਦੇ ਰੂਪ ਦੇ ਵਿੱਚ ਅੱਗੇ ਵਧਾਇਆ। ਜਦੋਂ ਮੁਗਲ ਸਾਮਰਾਜ ਆਇਆ ਤਾਂ ਉਸੇ ਸ਼ਕਤੀ ਨੇ ਉਹਨਾਂ ਨਾਲ ਟੱਕਰਾ ਲਿਆ, ਅੰਗਰੇਜ਼ਾਂ ਨਾਲ ਦੇਸ਼ ਦੀ ਆਜ਼ਾਦੀ ਵੇਲੇ ਆਪਣੇ ਸੱਭਿਆਚਾਰ, ਆਪਣੀ ਵਿਚਾਰਧਾਰਾ ਨੂੰ ਲੈ ਕੇ ਲੜਾਈ ਕਰੀ। ਤੇ ਅਜੇ ਵੀ ਮੈਨੂੰ ਲੱਗਦਾ ਕਿਸੇ ਨਾ ਕਿਸੇ ਪੱਧਰ ਤੇ ਪੰਜਾਬ ਆਪਣੀ ਹੋਣੀ ਲਈ ਸੰਘਰਸ਼ ਕਰ ਰਿਹਾ ਹੈ। ਜਿਸ ਤਰੀਕੇ ਨਾਲ ਡਾਕਟਰ ਸੁਮੇਲ ਸਿੰਘ ਸਿੱਧੂ ਹੋਣਾ ਨੇ ਦੱਸਿਆ ਹੈ ਕਿ ਜੇ ਅੱਜ ਵੀ ਪੰਜਾਬ ਨੇ ਖੜੇ ਹੋਣਾ ਹੈ, ਅੱਜ ਵੀ ਪੰਜਾਬ ਨੇ ਆਪਣਾ ਮਾਡਲ ਤਲਾਸ਼ਣਾ ਹੈ, ਅੱਜ ਵੀ ਪੰਜਾਬ ਨੇ ਅੱਗੇ ਵਧਣਾ ਹੈ, ਤਾਂ ਕਮ ਸੇ ਕਮ ਇਹਨਾਂ ਸਾਰੀਆਂ ਗੱਲਾਂ ਜੋ ਡਾਕਟਰ ਸੁਮੇਲ ਸਿੰਘ ਸਿੱਧੂ ਹੋਣਾ ਨੇ ਤੁਹਾਨੂੰ ਦੱਸੀਆਂ, ਇਹਨਾਂ ਤੇ ਗੌਰ ਕਰਨਾ ਪਊਗਾ। ਸਾਨੂੰ ਸਾਡੀ ਆਈਡੀਓਲੋਜੀ, ਸਾਡੀ ਐਜੂਕੇਸ਼ਨ, ਸਾਡੇ ਜਿਹੜੇ ਵੀ ਸੰਘਰਸ਼ ਕਰਨ ਦੇ ਤਰੀਕੇ ਆ ਉਹਨਾਂ ਤੇ ਦੁਬਾਰਾ ਵਿਚਾਰ ਕਰਨਾ ਪਊਗਾ। ਡਾਕਟਰ ਸਾਹਿਬ ਨੇ ਸਾਨੂੰ ਇੱਕ ਵਾਰੀ ਫਿਰ ਬਹੁਤ ਪੁਰਾਣੇ ਮੁੱਦਿਆਂ ਨੂੰ ਯਾਦ ਕਰਾਇਆ ਜਿਨ੍ਹਾਂ ਦੇ ਵਿੱਚੋਂ ਪੰਜਾਬ ਨੇ ਆਪਣਾ ਭਵਿੱਖ ਤਲਾਸ਼ਣਾ ਹੈ। ਮੈਂ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ। ਤੁਸੀਂ ਆਏ, ਪੰਜਾਬ ਹੈਰੀਟੇਜ ਦੇ ਜਿਹੜੇ ਦਰਸ਼ਕ ਹੈ ਉਹਨਾਂ ਦੇ ਨਾਲ ਆਪਣੇ ਵਿਚਾਰ ਸਾਂਝੇ ਕੀਤੇ। ਦਰਸ਼ਕੋ, ਤੁਹਾਡਾ ਇੱਕ ਵਾਰ ਫਿਰ ਧੰਨਵਾਦ। ਅਸੀਂ ਤੁਹਾਡੇ ਨਾਲ ਇੱਕ ਵਾਰੀ ਫਿਰ ਮਿਲਾਂਗੇ ਇਸੇ ਤਰੀਕੇ ਨਾਲ ਪੰਜਾਬ ਦੇ ਨਾਲ ਸੰਬੰਧਿਤ ਭਖਦੇ ਮੁੱਦਿਆਂ ਨੂੰ ਲੈ ਕੇ ਕਿਸੇ ਹੋਰ ਵਿਦਵਾਨ ਦੀ ਤੁਹਾਡੇ ਨਾਲ ਫਿਰ ਜਿਹੜੀ ਹੈ ਉਹ ਇੰਟਰਵਿਊ ਤੁਹਾਨੂੰ ਦਿਖਾਵਾਂਗੇ। ਬਹੁਤ ਬਹੁਤ ਧੰਨਵਾਦ। ਬਹੁਤ ਮਿਹਰਬਾਨੀ।